पावन गुरबाणी की लड़ीवार गुर शब्द विचार आप जी सरवण करते हो निता प्रति। अज फगण दे महीने की संग्राम का दिहाड़ा है। माघ का महीना बतीत होया है। माघ के महीने की संपूर्णता हुई है, फगण के महीने की रंभता हुई है। फगण के महीने विच गुरु साहिब जी ने जो कृपा की है भी जिदा इस महीना ना बहुती गर्मी ना बहुती सर्दी है। जिदा सतगुरु जी कहते बाहर आनंद खेड़ा है, मारे कहते अंदर खेड़ा उस दे अंदर प्रगट हुंदा है जिस दे अंदर ओ हरी सज्जण प्रगट हो जावे। सतगुरु जी कहते संत दी संगत, गुरमुखां दी संगत, सत संगत विच जिहड़ा जुड़दा है, गुरु साहिब जी कहते वो किरपा दे नाल मिल पैंदा है, उस हरी नूं उहदा मिलाप हो जाता है। ओदियां सारियां ही इच्छा पूरियां हो जांदियां ने जिन्हों पति परमात्मा की प्राप्ति हो गई है। क्योंकि बंदा जिन्ना मर्जी कुछ प्राप्त कर लवे ओदी इच्छा कदे नहीं पूरी होती। इच्छा पूरी कदों होगी जदों परमात्मा पति की प्राप्ति होगी। वाहिगुरु दे मिलण नाल ही सारियां इच्छा पूरियां हैं। सतगुरु जी कहते ओदा लोक ते परलोक, हलत ते पलत सवारिया जाता है। ओनू निश्चल जिहड़ी खत्म नहीं हुंदी ओ दात प्राप्त हो जाती है। विकारां दी सागर तो संसार सागर तो ओ बच जाता। मारे कहते रख लैंदा परमात्मा, जन्म मरण विच नहीं पैण दिंदा। ओ परमात्मा दे गुण अनेकां हन, जेवा एक है जिहड़े उस मालिक दे चरनां विच जुड़ जाते ने। सतगुरु जी कहते उस ओ तर जाते ने, ओ डुबदे नहीं। उस संसार समुंदर विच उन्हां दी सुरत डुबदी नहीं है, जिन्हां दी सुरत परमात्मा दे चरनां विच लग जाती है। आओ सतगुरु जी कृपा करन, इस पावन पौड़ी दी विचार गुरु साहिब जी आप कृपा रहमत बख्शिश करके करा लैन। विचार आरंभ करन तो पहला आप जितने भी गुरु चरनां विच उपस्थित हो सारे ही आशीष बख्शिश करो। उच्चारण करो जी, सतनाम श्री वाहिगुरु साहिब जी। सतनाम श्री वाहिगुरु साहिब जी। धन गुरु अर्जन देव साहिब जी इस महीने द्वारा कृपा करते हैं। ये जिहड़ा महीना है, जिवें आपां जो ईसाई कैलेंडर है उहदा दसंबर का महीना लास्ट महीना मानते हैं।
ਉਸੇ ਤਰ੍ਹਾਂ ਜੋ ਸਤਿਗੁਰਾਂ ਨੇ ਸਾਨੂੰ ਮਹੀਨੇ ਬਖਸ਼ਿਸ਼ ਕੀਤੇ ਨੇ, ਉਹਨਾਂ ਮਹੀਨਿਆਂ ਵਿੱਚੋਂ ਜਿਹੜਾ ਆਖਰੀ ਮਹੀਨਾ ਉਹ ਫੱਗਣ ਦਾ ਮਹੀਨਾ ਹੈ। ਤੇ ਇਹ ਹਿਮਕਰ ਰੁੱਤ ਦਾ ਦੂਸਰਾ ਮਹੀਨਾ ਹੈ। ਹਿਮਕਰ ਰੁੱਤ ਮਨ ਭਾਵਤੀ, ਮਾਘ ਫੱਗਣ ਗੁਣਵੰਤ ਜੀਓ। ਫੱਗਣ ਦਾ ਜੋ ਮਹੀਨਾ ਹੈ, ਇਸ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਨੇ ਫਲ ਗੁਣ ਆਨੰਦ ਉਪਾਰਜਨਾ। ਉਪਾਰਜਨਾ ਤੋਂ ਭਾਵ ਹੈ ਪ੍ਰਕਾਸ਼ਿਤ ਹੋ ਜਾਣਾ, ਪੈਦਾ ਹੋ ਜਾਣਾ, ਖਿੜਾ ਵਿੱਚ ਆ ਜਾਣਾ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਜਿਹਦੇ ਹਿਰਦੇ ਵਿੱਚ ਸਾਹਿਬ ਜੀ ਕਹਿੰਦੇ ਉਹ ਸੱਜਣ ਪ੍ਰਗਟ ਹੋ ਗਿਆ ਹੈ। ਕਿਉਂਕਿ ਜਿੰਨਾ ਚਿਰ ਪ੍ਰਗਟ ਨਹੀਂ ਹੋਏਗਾ ਉਹਨਾਂ ਚਿਰ ਗੱਲ ਨਹੀਂ ਬਣੇਗੀ। ਆਨੰਦ ਖੇੜਾ ਕਦੋਂ ਬਣਦਾ ਹੈ? ਸਤਿਗੁਰੂ ਜੀ ਕਹਿੰਦੇ ਆਨੰਦ ਕਦੋਂ ਉਪਜੇਗਾ? ਆਨੰਦ ਕਹਿਣ ਨੂੰ ਤਾਂ ਸਾਰੇ ਕਹਿ ਰਹੇ ਨੇ ਵੀ ਆਨੰਦ ਹੈ, ਕੋਈ ਭੋਜਨ ਵਿੱਚੋਂ, ਕੋਈ ਪਦਾਰਥਾਂ ਵਿੱਚੋਂ, ਕੋਈ ਸੁਣਨ ਵਿੱਚੋਂ, ਕੋਈ ਕਹਿਣ ਵਿੱਚੋਂ, ਕੋਈ ਲਿਖਣ ਵਿੱਚ ਹੈ। ਆਨੰਦ ਦੀ ਗੱਲ ਹਰ ਕੋਈ ਕਰਦਾ, ਮਾਰੇ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਗੁਰੂ ਤੋਂ ਆਨੰਦ ਦੀ ਪ੍ਰਾਪਤੀ ਹੈ। ਆਨੰਦ ਕਦੋਂ ਹੈ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ। ਆਨੰਦ ਉਹਨਾਂ ਚਿਰ ਪ੍ਰਾਪਤ ਨਹੀਂ ਹੋ ਸਕਦਾ। ਆਨੰਦ ਜਿਹੜਾ ਹੈ ਨਾ, ਮਾਰੇ ਨੇ ਆਨੰਦ ਦੀ ਬਾਣੀ ਜਿੰਨਾ ਚਿਰ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ 62 ਸਾਲ ਦੀ ਉਮਰ, ਗੁਰੂ ਅਮਰਦਾਸ ਸਾਹਿਬ ਜੀ 62 ਸਾਲ ਦੀ ਉਮਰ ਤੱਕ ਕਰਮ ਕਰਦੇ ਰਹੇ। ਤੀਰਥਾਂ ਦਾ ਇਸ਼ਨਾਨ, ਖੋੜ ਸਮੰਤਰ ਦਾ ਜਾਪ, ਸਾਰੇ ਕਰਮ ਕਰਦੇ ਰਹੇ, ਪਰ ਜੀਵਨ ਵਿੱਚ ਆਨੰਦ ਪ੍ਰਗਟ ਨਹੀਂ ਹੋਇਆ ਸੀ। ਬਹੁਤ ਸਮਾਂ ਕਰਦੇ ਰਹੇ। ਆਨੰਦ ਕਦੋਂ ਪੈਦਾ ਹੋਇਆ? ਆਨੰਦ ਮਾਰੇ ਕਹਿੰਦੇ ਉਦੋਂ ਪੈਦਾ ਹੋਇਆ ਜਦੋਂ ਮੈਂ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ। ਆਨੰਦ ਕਦੋਂ ਪੈਦਾ ਹੋਇਆ? ਜਦੋਂ ਗੁਰੂ ਦੀ ਬਾਣੀ ਨੂੰ ਆਪਣੇ ਸੁਰਤ ਨੇ ਸੁਣਨਾ ਕੀਤਾ, ਜਦੋਂ ਸੁਰਤ ਚੇਲਾ ਬਣ ਗਈ ਤੇ ਸ਼ਬਦ ਗੁਰੂ ਬਣ ਗਿਆ। ਆਨੰਦ ਉਦੋਂ ਪੈਦਾ ਹੋਇਆ ਜਦੋਂ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਿੱਤਾ। ਮਨ ਵਿੱਚ ਚੈਨ, ਮਨ ਵਿੱਚ ਟਿਕਾ, ਆਨੰਦ ਉਦੋਂ ਹੀ ਪੈਦਾ ਹੋਏਗਾ। ਸੁੱਖ ਸਹੂਲਤਾਂ ਦੀ ਗੱਲ ਕਰਦੇ ਹਾਂ, ਆਪਾਂ ਸ਼ਾਂਤੀ ਦੀ ਗੱਲ ਕਰਦੇ ਹਾਂ, ਪਰ ਆਨੰਦ ਇੱਕ ਐਸੀ ਚੀਜ਼ ਹੈ ਜਿਸ ਨੂੰ ਕਿਸੇ ਦੇ ਨਾਲ ਵੀ ਤੁਲਨਾ ਨਹੀਂ ਦਿੱਤੀ ਜਾ ਸਕਦੀ। ਜਿਹੜਾ ਆਨੰਦ ਵਿੱਚ ਚਲਾ ਜਾਂਦਾ ਹੈ ਉਹਨੂੰ ਫਿਰ ਬਾਬਾ ਜੀ ਕਹਿੰਦੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਜਿਉ ਚਾਖ ਗੂੰਗਾ ਮੁਸਕਾਰਾ। ਕਹਿੰਦੇ ਉਹ ਤਾਂ ਫਿਰ ਉਹੀ ਉਹ ਆਨੰਦ ਨੂੰ ਮਹਿਸੂਸ ਕਰਦਾ ਹੈ, ਮਾਣਦਾ ਹੈ। ਫਿਰ ਆਨੰਦ ਦੀ ਕੋਈ ਉਦਾਹਰਨ ਨਹੀਂ ਦਿੱਤੀ ਜਾ ਸਕਦੀ, ਆਨੰਦ ਨੂੰ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹਨੂੰ ਭਗਤ ਜੀ ਕਹਿੰਦੇ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੈ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਜਿਹਨੂੰ ਸਤਿਗੁਰੂ ਜੀ ਕਹਿੰਦੇ, ਭਾਈ ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਮਾਰੇ ਕਹਿੰਦੇ ਉਹ ਆਨੰਦ ਹੈ। ਤੁਲ ਨਹੀਂ ਚੜ੍ਹੈ, ਜਿਹਦੀ ਜਿਹੜਾ ਤੋਲੀ ਨਹੀਂ ਜਾ ਸਕਦੀ ਜਿਹੜੀ ਅਵਸਥਾ,
ਜਿਹੜੀ ਕਦੇ ਖਤਮ ਨਹੀਂ ਹੋ ਸਕਦੀ। ਆਨੰਦ ਮਾਰੇ ਕਹਿੰਦੇ ਉਹਦੇ ਅੰਦਰ ਪੈਦਾ ਹੁੰਦਾ ਹੈ ਜਿਹਦੇ ਅੰਦਰ ਸੱਜਣ ਪ੍ਰਗਟ ਹੋ ਜੇ, ਜਿਹਨੇ ਪ੍ਰਗਟ ਕਰ ਲਿਆ ਹੈ। ਹੁਣ ਸਾਰੇ ਕਹਿ ਰਹੇ ਨੇ ਲੱਕੜ ਵਿੱਚ ਅੱਗ ਹੈ, ਪਰ ਅੱਗ ਜਿਹਨੇ ਪ੍ਰਗਟ ਕੀਤੀ ਹੈ ਉਹਨੂੰ ਪਤਾ ਹੈ ਨਾ ਅੱਗ ਦਾ ਕੀ ਅਨੁਭਵ ਹੁੰਦਾ ਹੈ। ਸੇਕ ਹੈ, ਦੁੱਧ ਵਿੱਚ ਘਿਓ ਹੈ, ਪਰ ਸਾਹਮਣੇ ਨਹੀਂ ਦਿਸਦਾ ਵੀ ਦੁੱਧ ਵਿੱਚ ਕਿੱਦਾਂ ਘਿਓ ਹੈ। ਇਹ ਜਿਹਨੇ ਪ੍ਰਗਟ ਕੀਤਾ ਹੈ। ਜਿਵੇਂ ਸਾਹਿਬ ਜੀ ਕਹਿੰਦੇ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸਾਰਿਆਂ ਵਿੱਚ ਸਮਾਇਆ ਪਰ ਜਿਹਨੇ ਪ੍ਰਗਟ ਕਰ ਲਿਆ ਹੈ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਨਾਮ ਤੋਂ ਬਿਨਾ ਆਨੰਦ ਕਿਹਦੇ ਅੰਦਰ ਨਹੀਂ ਪੈਦਾ ਹੁੰਦਾ। ਦੁੱਧ ਬਿਨ ਤੇਨ, ਤੇਨ ਕਹਿੰਦੇ ਗਾਂ ਨੂੰ। ਗਾਂ ਹੋਵੇ ਤੇ ਕਹਿੰਦੇ ਉਹ ਦੁੱਧ ਨਾ ਦਿੰਦੀ ਹੋਵੇ। ਵੇਖਦੇ ਆ ਨਾ ਆਪਾਂ ਵੀ ਰੋਡਾਂ ਤੇ ਕਿਵੇਂ ਉਹ ਛੱਡ ਦਿੰਦੇ ਹਨ, ਜਿਹਨੂੰ ਅਵਾਰਾ ਕਹਿ ਦਿੰਦੇ ਹਨ, ਅਵਾਰਾ ਪਸ਼ੂ ਹੈ। ਉਹਨਾਂ ਦੀ ਹਾਲਤ ਇਹ ਹੋ ਜਾਂਦੀ ਹੈ। ਮਾਰੇ ਕਹਿੰਦੇ ਦੁੱਧ ਬਿਨ ਤੇਨ, ਪੰਖ ਬਿਨ ਪੰਖੀ। ਪੰਛੀ ਦੇ ਖੰਭ ਨਾ ਹੋਣ, ਉਹ ਪੰਛੀ ਕਿਸੇ ਕੰਮ ਦਾ ਨਹੀਂ, ਉੱਡ ਹੀ ਨਹੀਂ ਸਕਦਾ। ਪੰਛੀ ਕਾਹਦਾ ਫਿਰ, ਉਹ ਉਡਾਰੀ ਨਹੀਂ ਮਾਰ ਸਕਦਾ। ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ। ਜੇ ਪਾਣੀ ਨਾ ਹੋਵੇ ਨਾ, ਸੁੱਕੇ ਮਾਰੂਥਲ ਬਣ ਜਾਂਦੇ ਨੇ। ਉਹ ਮਾਰੂਥਲ ਕਹਿ ਦਿੰਦੇ ਨਾ ਵੀ ਜਿੱਥੇ ਫਸਲ ਨਹੀਂ ਹੁੰਦੀ, ਵੀ ਇੱਥੇ ਪਾਣੀ ਦੀ ਕਮੀ ਹੈ, ਇੱਥੇ ਕੋਈ ਫਸਲ ਨਹੀਂ ਹੁੰਦੀ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਵੀ ਜਿੱਥੇ ਪਾਣੀ ਨਹੀਂ ਹੈ ਉੱਥੇ ਫਸਲ ਵੀ ਕਿਸੇ ਕੰਮ ਦੀ ਨਹੀਂ। ਜਲ ਬਿਨ ਉਤਪਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਵਿਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਮਾਰੇ ਕਹਿੰਦੇ ਉਹ ਸੁਲਤਾਨ ਕਿਸੇ ਕੰਮ ਦਾ ਨਹੀਂ, ਉਹ ਬਾਦਸ਼ਾਹ ਕਿਸੇ ਕੰਮ ਦਾ ਨਹੀਂ, ਉਹ ਜਿਹਦਾ ਕੋਈ ਹੁਕਮ ਹੀ ਨਾ ਮੰਨੇ। ਕੋਈ ਹੈ ਨਗਰ ਦੇਸ਼ ਦਾ ਪ੍ਰਧਾਨ ਮੰਤਰੀ, ਉਹਦਾ ਕੋਈ ਹੁਕਮ ਹੀ ਨਾ ਮੰਨੇ, ਕਾਹਦਾ ਪ੍ਰਧਾਨ ਮੰਤਰੀ ਹੈ? ਨਾ ਕੋਈ ਮਿਨਿਸਟਰ, ਨਾ ਕੋਈ ਉਹਦਾ ਫੌਜ, ਕੋਈ ਵੀ ਉਹਦਾ ਹੁਕਮ ਨਾ ਮੰਨੇ, ਆਪਣੀ ਮਰਜ਼ੀ ਕਰੇ, ਕਹਿੰਦੇ ਉਹ ਕਿਸੇ ਕੰਮ ਦਾ ਪ੍ਰਧਾਨ ਮੰਤਰੀ ਨਹੀਂ, ਕਿਸੇ ਕੰਮ ਦਾ ਉਹ ਬਾਦਸ਼ਾਹ ਨਹੀਂ, ਸੁਲਤਾਨ ਨਹੀਂ, ਵੀ ਜਿਹਦਾ ਕੋਈ ਕਹਿਣਾ ਹੀ ਨਹੀਂ ਮੰਨਦਾ। ਕਿਆ ਸੁਲਤਾਨ ਸਲਾਮ ਵਿਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਮਾਰੇ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਜਿਸ ਹਿਰਦੇ ਵਿੱਚ ਨਾਮ ਨਹੀਂ ਹੈ ਨਾ, ਪਾਤਸ਼ਾਹ ਕਹਿੰਦੇ ਉਹ ਅੰਧਕਾਰ ਵਿੱਚ, ਹਨੇਰੇ ਵਿੱਚ ਵਿਚਰਦਾ, ਕਿਸੇ ਕੰਮ ਦਾ ਨਹੀਂ ਹੈ। ਉਹ ਆਨੰਦ ਨੂੰ ਕਿੱਦਾਂ ਪ੍ਰਗਟ ਕਰ ਲਏਗਾ? ਆਨੰਦ ਕਿਹਨਾਂ ਦੇ ਅੰਦਰ ਪ੍ਰਗਟ ਹੋਇਆ? ਗੁਰੂ ਸਾਹਿਬ ਜੀ ਦਾ ਨਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਸਿੱਖ ਸੀ। ਮਹਾਰਾਜ ਆਪ ਵੀ ਵਿਦਿਆ ਪੜ੍ਹਾਉਂਦੇ ਸਨ ਗੁਰੂ ਸਾਹਿਬ, ਸਿੱਖਾਂ ਤੋਂ ਵੀ। ਸਿੱਖ ਆਇਆ ਤੇ ਬਾਣੀ ਪੜ੍ਹਨ ਲੱਗਿਆ, ਜੋ ਸੰਥਿਆ ਕਰਦਾ ਤੇ ਉਹ ਕਹਿੰਦਾ ਬਾਣੀ ਪੜ੍ਹਨ ਲੱਗਿਆ, ਸ਼ੁਰੂ ਹੀ ਕੀਤੀ ਅਜੇ ਉਹਨੇ ਬਾਣੀ ਸ਼ੁਰੂ ਕੀਤੀ, ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਬਚਨ ਜਿਹੜਾ ਸੀ ਨਾ ਉਹ ਬਾਰ-ਬਾਰ ਪੜ੍ਹੀ ਗਿਆ। ਸਤਿਗੁਰੂ ਜੀ ਸਿੱਖ ਕਹਿਣ ਲੱਗਿਆ, ਮਹਾਰਾਜ ਵੀ ਇਹ ਸਿੱਖ ਬਾਰ-ਬਾਰ ਇੱਕੋ ਹੀ ਬਚਨ ਪੜ੍ਹ ਰਿਹਾ ਹੈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਕਹਿੰਦੇ ਭਾਈ ਅੱਗੇ ਕਿਉਂ ਨਹੀਂ ਪੜ੍ਹਦਾ? ਕਹਿੰਦਾ ਮਹਾਰਾਜ
इस बाणी विच, इस पंक्तियां विच मैनूं बड़ा आनंद आउंदा, मैनूं इहदे विच बड़ा रस आउंदा, आनंद आउंदा। पातशाह गुरु साहिब जी बड़े प्रसन्न होए भी बाणी विचों रस आवे, आनंद आवे। पर गुरु साहिब जी कहंदे बाणी संपूर्ण पढ़नी है। मारे कहंदे चंगी गल है, रस आया, आनंद आया, पर बाणी नूं संपूर्ण पढ़ना है। ਜਿਹਦੇ ਅੰਦਰ ਆਨੰਦ ਆ ਗਿਆ ਨਾ, ਉਹ ਫਿਰ ਕਿਤੇ ਹੋਰ ਨਹੀਂ ਜਾਏਗਾ। ਆਨੰਦ ਆਇਆ ਗੁਰੂ ਅਮਰਦਾਸ ਸਾਹਿਬ ਜੀਆਂ ਨੇ, ਤੇ ਉਹਨਾਂ ਨੇ ਆਨੰਦ ਦੀ ਬਾਣੀ ਰਚ ਦਿੱਤੀ, ਜਿਹੜੀ ਬਾਣੀ ਦਾ ਸਰਲੇਖ ਹੀ ਆਨੰਦ ਸਾਹਿਬ ਹੈ, ਜਿਸ ਨੂੰ ਆਨੰਦ ਸਰਲੇਖ ਬਖਸ਼ ਦਿੱਤਾ। ਗੁਰੂ ਸਾਹਿਬ ਜੀਆਂ ਨੇ ਆਨੰਦ ਲਿਆ ਹੈ, ਆਨੰਦ ਗ੍ਰਹਿਣ ਕੀਤਾ ਤੇ ਆਨੰਦ ਦੀ ਬਾਣੀ ਰਚ ਦਿੱਤੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ। गुरु अमरदास साहब जी, गुरु अर्जन देव साहब जी कृपा कर रहे ने। अज फल गुण आनंद उपार्जना, हर सज्जन प्रगटे आए। जिहदे हिरदे विच सज्जन वाहिगुरु प्रगट हो गया है, क्योंकि जे नहीं प्रगट होया, गुरु साहब जी कहंदे नानक तिना बसंत है, जिन घर वसिया कंत। जिन्हां दे घर हिरदे विच कंत पति परमात्मा वस गया है। बसंत उन्हां लई है, खेड़ा उन्हां लई है, जिनके कंत दिसा पुरी। कहंदे जिन्हां दे कंत ही नहीं घर आया, जिन्हां ने उस कंत नूं अपने अंदर वसाया ही नहीं है। से अहनस फिरन जलंत। गुरु साहिब जी कहंदे वो दिन रात सड़दे ने, जलदे हन विकारां दी अग दे विच। जिन्हां दे हिरदे विच कंत पति परमात्मा नहीं वसिया, उस नूं वसाउणा नहीं कीता। संत सहाई राम के, कर कृपा दिया मिलाए। संत सहाई, संत जन, गुरमुख जन, सत संगत। क्योंकि अज वेखदे हां संत लफ्ज़ तो बहुत नफरत की जा रही है। पर गुरु साहिब जी जदों असीं 12 माह पढ़दे हां, साधु संत, हर पंक्ति विच ये लफ्ज़ आएगा ही आएगा। हर पौड़ी दे विच इस सतगुरु जी कृपा कर रहे हैं। जे महाराज ने सत संगत की गल कीती है, जे मिलन की गल कीती संत गुरमुखां नूं, उत्थे गुणां नूं भी संत किया गया है। ਜਿਹੜਾ ਤੁਹਾਨੂੰ परमात्मा नाल जोड़ दवे वो ਤੁਹਾਡੇ ਲਈ संत है, गुरमुख है। गुरु मारे कहते संत सहाई राम के। गुरु साहिब जी कहते संत जन, गुरमुख जन सहाई ने। किवें सहाई ने? कादे सहाई ने? कहते राम के, राम नूं मिलाउण दे, परमात्मा नाल मिलाउण दे सहाई ने। गुरु साहिब जी कहते संत जन, गुरमुख जन, कर किरपा दिया मिलाए। किरपा करके पातशाह कहते उस परमात्मा नाल, उस वाहिगुरु दे नाल, हरि दे नाल ओ मिल जांदे ने ਜਿਹੜੇ सत संगत करते हैं, ਜਿਹੜੇ उस मालिक दे नाल जुड़ते हैं, उसनूं आराधते हैं। जदों आपां बाणी पढ़ते हैं, उत्थे सतगुरु जी कृपा करते, नानक कचड़ियां स्यों तोड़। कचड़ियां ਜਿਹੜੇ कच्चे हैं, अधूरे हैं, क्योंकि पखंडी भी बहुत ज़्यादा हैं।
ਪਖੰਡ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਪੱਕਿਆਂ ਦੀ ਮਾਰੇ ਕਹਿੰਦੇ ਜਿਹੜੇ ਆਪ ਜੁੜੇ ਹੋਏ ਨੇ, ਜਿਹੜੇ ਆਪ ਮਿਲੇ ਹੋਏ ਨੇ, ਜਿਨ੍ਹਾਂ ਨੂੰ ਮੰਜ਼ਿਲ ਦਾ, ਜਿਨ੍ਹਾਂ ਨੂੰ ਰਸਤੇ ਦਾ ਪਤਾ ਹੈ। ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵਨ ਦੇ ਵਿਛੜੇ ਓਏ ਮੁਇਆ ਨਾ ਜਾਈ ਛੋੜ। ਸਤਿਗੁਰੂ ਪਾਤਸ਼ਾਹ ਜੀ ਤਾਂ ਕਿਰਪਾ ਕਰ ਰਹੇ ਨੇ। ਗੁਰੂ ਸਾਹਿਬ ਜੀ ਮਾਰੇ ਕਹਿੰਦੇ ਸੰਤ ਕੌਣ ਹੈ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਪੂਰਾ ਹੈ, ਉਹ ਅਧੂਰਾ ਨਹੀਂ ਹੈ, ਜਿਹੜਾ ਆਪ ਜਪਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਹਿਰਦੇ ਵਾਲੀ ਸੇਜਾ ਉਹਦੇ ਲਈ ਸੁਖੀ ਬਣ ਗਈ ਹੈ, ਆਨੰਦਿਤ ਬਣ ਗਈ ਹੈ। ਉਹਦੇ ਸੇਜਾ ਭਾਵ ਹੈ ਵੀ ਸੁੱਖ ਕੀ ਹੈ? ਸੁੱਖ ਦੁਨੀਆ ਦੀ ਨਜ਼ਰ ਵਿੱਚ ਭਾਵੇਂ ਉਹ ਦੁਖੀ ਲੱਗੇਗਾ, ਦੁਨੀਆ ਦੀ ਨਜ਼ਰ ਵਿੱਚ ਲੋਕ ਕਹਿ ਰਹੇ ਨੇ ਵੀ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਤੇ ਬਿਠਾਇਆ ਹੈ, ਸੀਸ ਵਿੱਚ ਰੇਤਾ ਪੈ ਰਿਹਾ ਹੈ, ਬੜੇ ਕਸ਼ਟ ਦਿੱਤੇ, ਤਸੀਹੇ ਦਿੱਤੇ ਜਾ ਰਹੇ ਨੇ। ਜਦੋਂ ਮਹਾਰਾਜ ਜੀ ਨੂੰ ਪੁੱਛਿਆ, ਸਤਿਗੁਰੂ ਜੀ ਕਹਿੰਦੇ ਮੇਰੇ ਅੰਦਰ ਨੂੰ ਪੁੱਛ ਕੇ ਵੇਖੋ, ਮੇਰੇ ਸਰੀਰ ਦੀ ਹਾਲਤ ਨੂੰ ਨਾ ਵੇਖੋ। ਮੇਰਾ ਅੰਦਰ ਕਿੰਨਾ ਟਿਕਿਆ ਹੋਇਆ, ਅੰਦਰ ਕਿੰਨਾ ਟਿਕਾ ਵਿੱਚ ਹੈ। ਮੇਰਾ ਅੰਦਰ ਅੱਜ ਉਸੇ ਤਰ੍ਹਾਂ ਹੈ ਜਿਵੇਂ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸੰਗਤਾਂ ਨੂੰ ਦਰਸ਼ਨ ਬਖਸ਼ਦਾ ਹੈ। ਅੰਦਰ ਉਹੀ ਹੈ, ਖੇੜੇ ਵਿੱਚ ਹੀ ਹੈ, ਟਿਕਾ ਵਿੱਚ ਹੈ। ਗੁਰੂ ਸਾਹਿਬ ਜੀ ਕਹਿੰਦੇ ਸੇਜ ਸੁਹਾਵੀ ਸਰਬ ਸੁਖ, ਜਿਸ ਤੋਂ ਆਵੇ ਚਿੱਤ ਤਿਸਨੋ ਸਦਾ ਸੁਖ। ਇਹ ਦੁਨਿਆਵੀ ਸੁੱਖ ਤਾਂ ਕੁਝ ਸਮੇਂ ਲਈ ਹੈ, ਕੁਝ ਸਮੇਂ ਲਈ ਖੁਸ਼ੀ ਆਈ, ਫਿਰ ਗਮੀ ਵਿੱਚ ਬਦਲ ਗਈ ਹੈ, ਫਿਰ ਦੁਖੀ ਹੋ ਗਿਆ ਹੈ, ਕਦੇ ਸੁਖੀ ਹੋ ਜਾਂਦਾ, ਕਦੇ ਦੁਖੀ ਹੋ ਜਾਂਦਾ। ਪਰ ਮਾਰੇ ਕਹਿੰਦੇ ਸਦਾ ਸੁਖ ਕੀਨੂ ਹੈ, ਜਿਸ ਤੂੰ ਆਵੇ ਚਿੱਤ ਤਿਸਨੋ ਸਦਾ ਸੁਖ। ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀ ਦੁਖ। ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਜਿਸ ਤੂੰ ਆਵੇ ਚਿੱਤ ਸੋ ਪਰਵਾਣ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ। ਸਤਿਗੁਰੂ ਜੀ ਕਿਰਪਾ ਕਰਦੇ ਮਾਰੇ ਕਹਿੰਦੇ ਉਹ ਧਨਵਾਨ ਹੈ, ਉਹ ਸੁਖੀ ਹੈ, ਉਹ ਆਨੰਦਿਤ ਹੈ, ਜਿਹਦੇ ਅੰਦਰ ਉਹ ਪ੍ਰਮਾਤਮਾ ਵਸ ਗਿਆ ਹੈ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਦੁੱਖਾਂ ਵਾਲੇ ਪਾਸੇ ਮਨ ਖਿਆਲ ਨਹੀਂ ਜਾਂਦਾ। ਜੇ ਸੁੱਖਾਂ ਦੀ ਗੱਲ ਕਰਨੀ ਹੈ ਤੇ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਕਰੀਏ, ਜਿਹੜੇ ਕੰਡਿਆਂ ਦੀ ਸੇਜਾ ਤੇ ਸੌਂ ਕੇ ਵੀ ਕਰਤੇ ਦੇ ਗੀਤ ਗਾਉਂਦੇ ਨੇ। ਸੁੱਖ ਆਨੰਦ ਕੀ ਹੈ? ਸਤਿਗੁਰੂ ਜੀਆਂ ਨੇ, ਜਿਨ੍ਹਾਂ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ ਹਨ, ਚਿੱਤ ਵਿੱਚ। ਭੀਮ ਚੰਦ ਜਿਹੜਾ ਸੀ ਨਾ, ਬਿਲਾਸਪੁਰ ਦਾ ਰਾਜਾ, 22 ਧਾਰ ਦੇ ਰਾਜਿਆਂ ਵਿੱਚੋਂ ਪ੍ਰਮੁੱਖ ਰਾਜਾ ਸੀ ਇਹ ਭੀਮ ਚੰਦ। ਇਹਨੇ ਆਪਣਾ ਇੱਕ ਜਾਸੂਸ ਛੱਡਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ।
ਵੀ ਜਿਹੜਾ ਖਬਰ ਦਿੰਦਾ ਸੀ ਵੀ ਕੀ ਹੋ ਰਿਹਾ ਹੈ, ਸਾਰੀ ਖਬਰ ਦਵੇ ਵੀ ਕਿੱਦਾਂ ਤਿਆਰੀ ਹੁੰਦੀ ਪਈ ਹੈ। ਗੁਰੂ ਸਾਹਿਬ ਜੀ ਕੀ ਬਚਨ ਕਰਦੇ ਨੇ, ਕੀ ਆਖਦੇ ਹਨ। ਇਸ ਭੀਮ ਚੰਦ ਨੇ ਆਪਣਾ ਜਿਹੜਾ ਸੀ ਆਪਣਾ ਜਾਸੂਸ ਛੱਡਿਆ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਹੁਣ ਸਤਿਗੁਰੂ ਜੀ ਤਾਂ ਜਾਣੀ ਜਾਣਦੇ ਮਹਾਰਾਜ, ਕਹਿੰਦੇ ਜਿਹੜਾ ਜਾਸੂਸ ਸੀ ਇਹ ਗੁਰੂ ਸਾਹਿਬ ਜੀ ਦੇ ਕੋਲ ਰਹਿੰਦਾ ਸੀ, ਸਾਰੀ ਖਬਰ ਦਿੰਦਾ ਸੀ ਭੀਮ ਚੰਦ ਨੂੰ। ਕਰਦਿਆਂ ਕਰਦਿਆਂ ਕਹਿੰਦੇ ਦਰਸ਼ਨ ਕਰਦਿਆਂ ਕਰਦਿਆਂ ਇਹਦੇ ਅੰਦਰ ਵੀ ਪ੍ਰੇਮ ਜਾਗ ਪੈਂਦਾ। ਜਿਹੜਾ ਭੀਮ ਚੰਦ ਦਾ ਵਫਾਦਾਰ ਸੀ, ਕਹਿੰਦੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਭੌਰਾ ਬਣ ਜਾਂਦਾ ਹੈ। ਇੰਨਾ ਪ੍ਰੇਮ ਜਾਗ ਪਿਆ, ਦਰਸ਼ਨ ਕਰਦਾ, ਰੋਜ਼ ਸਤ ਸੰਗਤ ਕਰਦਾ ਹੈ। ਤੇ ਕਹਿੰਦੇ ਹੁਣ ਕੋਈ ਖਬਰ ਨਹੀਂ, ਬਸ ਉੱਥੇ ਹੀ ਰਹਿੰਦਾ। ਭੀਮ ਚੰਦ ਨੇ ਸੱਦਿਆ, ਕਿਹਾ, ਕਹਿਣ ਲੱਗੇ ਵੀ ਤੂੰ ਖਬਰ, ਕਹਿੰਦਾ ਗੁਰੂ ਸਾਹਿਬ ਜੀ ਤੇ ਉੱਥੇ ਤਾਂ ਆਨੰਦ ਹੀ ਬੜਾ ਹੈ, ਖੇੜਾ ਹੀ ਬੜਾ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦਾ। ਇਹਨੇ ਫਿਰ ਕੋਲ ਰੱਖ ਲਿਆ, ਭੀਮ ਚੰਦ ਨੇ ਜਾਣ ਨਹੀਂ ਦਿੱਤਾ। ਜਦੋਂ ਕਾਫੀ ਸਮੇਂ ਬਾਅਦ ਨਾ ਇਹਦੇ ਅੰਦਰ ਹੁਣ ਤੜਫਣਾ ਲੱਗੀ ਵੀ ਮੈਂ ਕਿੱਦਾਂ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਂ। ਕੋਈ ਬਹਾਨਾ ਲਾ ਕੇ ਘਰ ਆਇਆ ਤੇ ਸਿੱਧਾ ਜਾ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚ ਜਾਂਦਾ, ਨਮਸਕਾਰ ਕਰਦਾ, ਦਰਸ਼ਨ ਕਰਦਾ ਹੈ। ਇੰਨਾ ਪ੍ਰੇਮ ਕਲਗੀਧਰ ਪਾਤਸ਼ਾਹ ਜੀ ਦੇ। ਹੁਣ ਭੀਮ ਚੰਦ ਨੂੰ ਪਤਾ ਲੱਗਿਆ, ਉਹਨੇ ਬੁਲਾਇਆ ਤੇ ਕਹਿੰਦੇ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਭੌਰਾ ਬਣ ਗਿਆ ਹੈ, ਭਾਵੇਂ ਹੁਣ ਸਾਡੇ ਕੰਮ ਦਾ ਨਹੀਂ ਰਿਹਾ। ਇਹਨੂੰ ਬੁਲਾਇਆ, ਇਹਦਾ ਨਾਮ ਸੀ ਦੇਵੀਦਾਸ। ਭੀਮ ਚੰਦ ਕਹਿੰਦਾ ਦੇਵੀਦਾਸ, ਜਿਹੜਾ ਆਪਣੇ ਮਾਲਕ ਨਾਲ ਗਦਾਰੀ ਕਰੇ ਉਹਨੂੰ ਕੀ ਸਜ਼ਾ ਦਿੱਤੀ ਜਾਵੇ। ਜਿਹੜਾ ਆਪਣੇ ਮਾਲਕ ਨਾਲ ਗਦਾਰੀ ਕਰੇ ਉਹਨੂੰ ਕੀ ਸਜ਼ਾ ਦਿੱਤੀ ਜਾਵੇ। ਦੇਵੀਦਾਸ ਕਹਿੰਦਾ ਸਖਤ ਤੋਂ ਸਖਤ ਸਜ਼ਾ ਨੂੰ ਦਿੱਤੀ ਜਾਵੇ ਜਿਹੜਾ ਆਪਣੇ ਮਾਲਕ ਨਾਲ ਗਦਾਰੀ ਕਰੇ। ਤੇ ਦੇਵੀਦਾਸ ਨੂੰ ਕਹਿਣ ਲੱਗਿਆ ਭੀਮ ਚੰਦ ਵੀ ਤਿਆਰ ਹੋ ਜਾ, ਹੁਣ ਤੈਨੂੰ ਵੀ ਸਜ਼ਾ ਦਿੱਤੀ ਜਾਣੀ। ਕਹਿੰਦੇ ਸਜ਼ਾ ਦਿੱਤੀ ਜਾਵੇ ਪਰ ਮੈਨੂੰ ਇਹ ਤਾਂ ਦੱਸਿਆ ਜਾਵੇ ਮੇਰਾ ਅਪਰਾਧ ਕੀ ਹੈ, ਮੈਂ ਅਪਰਾਧ ਕੀ ਕਮਾਇਆ। ਕਹਿੰਦੇ ਅਪਰਾਧ ਇਹ ਕਮਾਇਆ ਤੂੰ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦਾ ਵਫਾਦਾਰ ਹੋ ਗਿਆ ਹੈ, ਤੂੰ ਸਾਡੇ ਕੰਮ ਦਾ ਨਹੀਂ ਰਿਹਾ। ਦੇਵੀਦਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਵਿੱਚ ਆਨੰਦ ਹੀ ਐਸਾ, ਖਿੱਚ ਹੀ ਐਸਾ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਦੁਸ਼ਮਣ ਨਹੀਂ ਸਮਝਦੇ, ਗੁਰੂ ਗੋਬਿੰਦ ਸਿੰਘ ਤਾਂ ਸਭ ਨੂੰ ਆਪਣੇ ਸਮਝਦੇ ਆ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਦੁਸ਼ਮਣ ਸਮਝਦੇ। ਉਹ ਤਾਂ ਅੱਜ ਵੀ ਪਿਆਰ ਕਰਦੇ, ਉਹ ਤਾਂ ਸਾਰਿਆਂ ਨਾਲ ਹੀ ਪਿਆਰ ਕਰਦੇ। ਕਹਿੰਦੇ ਭੀਮ ਚੰਦ ਰਾਜਨ, ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਨੂੰ ਦੁਸ਼ਮਣ ਨਹੀਂ ਸਮਝਿਆ, ਉਹ ਤਾਂ ਸਾਰਿਆਂ ਨੂੰ ਆਪਣਾ ਸਮਝਦੇ। ਪਰ ਕਹਿੰਦੇ ਨਹੀਂ, ਜਿਹੜੀਆਂ ਅੱਖਾਂ ਨਾਲ ਇਹ ਤੂੰ ਦਰਸ਼ਨ ਕੀਤੇ ਆ ਨਾ, ਇਹ ਅੱਖਾਂ ਵਿੱਚ ਸੂਲ ਮਾਰੀ ਜਾਏਗੀ, ਗਰਮ ਸੂਲਾਂ। ਇਹ ਅੱਖਾਂ ਸਦਾ ਲਈ ਬੰਦ ਕਰ ਦਿੱਤੀਆਂ ਜਾਣਗੀਆਂ। ਕਹਿੰਦੇ ਜਦੋਂ ਇਹ ਦੇਵੀਦਾਸ ਦੀਆਂ ਅੱਖਾਂ ਵਿੱਚ ਗਰਮ ਸਲਾਖਾਂ ਮਾਰਨ ਲੱਗੇ, ਮਾਰੀਆਂ, ਤੇ ਇਧਰ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਪੁੱਤਰ ਜੀ, ਮੈਂ ਜਿੱਦਣ ਦੀ ਇਸ ਘਰ ਵਿੱਚ ਆਈ ਹਾਂ ਅੱਜ ਤੱਕ ਇਸ ਤਰ੍ਹਾਂ ਦੀ ਜੋ ਗੰਧ ਸੀ ਮਾਸ ਸੜਨ ਦੀ ਨਹੀਂ ਸੁਣੀ, ਪਰ ਅੱਜ ਇਹ ਕੀ। ਉੱਥੇ ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਮਾਂ ਸਾਡਾ ਸਿੱਖ ਹੈ ਭਾਈ ਦੇਵੀਦਾਸ, ਉਹਦੀਆਂ ਅੱਖਾਂ ਵਿੱਚ ਗਰਮ ਸਲਾਖਾਂ ਮਾਰੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀਆਂ ਨੇ ਆਪਣੇ ਚਰਨ ਵਿਖਾਏ,
ਉਹ ਚਰਨਾਂ ਦਾ ਜ਼ਖਮ ਜਿਹੜੇ ਸਨ ਸਲਾਖਾਂ ਦੇ, ਗੁਰੂ ਸਾਹਿਬ ਜੀ ਦਾ ਮਾਸ ਸੜ ਰਿਹਾ ਸੀ। ਇਹ ਸੀ ਸਿੱਖ ਦਾ ਪ੍ਰੇਮ, ਇਹ ਸੀ ਗੁਰੂ ਤੇ ਸਿੱਖ ਦਾ ਪ੍ਰੇਮ। ਮਾਰੇ ਕਹਿੰਦੇ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ। ਜਦੋਂ ਦੇਵੀ ਦਾਸ ਆਇਆ, ਉਹਨੇ ਪੱਟੀ ਬੰਨੀ ਦੇਖੀ ਤੇ ਗੁਰੂ ਸਾਹਿਬ ਜੀ ਨੂੰ ਪੁੱਛਦਾ, ਮਹਾਰਾਜ ਆਹ ਕੀ ਚਰਨਾਂ ਤੇ ਪੱਟੀ ਬੰਨੀ ਹੈ? ਗੁਰੂ ਸਾਹਿਬ ਜੀ ਕਹਿੰਦੇ ਦੇਵੀ ਦਾਸ ਜੇ ਕੋਈ ਹੋਰ ਪੁੱਛ ਲੈਂਦਾ ਤੇ ਫਿਰ ਤਾਂ ਕੋਈ ਗੱਲ ਨਹੀਂ, ਪਰ ਤੂੰ ਪੁੱਛੇ। ਮਾਰੇ ਕਹਿੰਦੇ ਤੈਨੂੰ ਤਾਂ ਪੁੱਛਣਾ ਨਹੀਂ ਸੀ ਚਾਹੀਦਾ, ਤੂੰ ਤਾਂ ਸਾਰਾ ਧਿਆਨ ਹੀ ਸਾਡੇ ਚਰਨਾਂ 'ਚ ਰੱਖਿਆ ਹੋਇਆ ਸੀ। ਮਾਈ ਚਰਨ ਗੁਰ ਮੀਠੇ, ਜਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਲੈਂਦੇ ਸੇਜਾ, ਮਾਰੇ ਕਹਿੰਦੇ ਦੁੱਖ ਤਾਂ ਉਹਨਾਂ ਦੇ ਨੇੜੇ ਨਹੀਂ ਪਾਸਦਾ। ਗੁਰੂ ਸਾਹਿਬ ਜੀ ਕਹਿੰਦੇ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ। ਇੱਕ ਇਹ ਵੀ ਹੈ ਤੇ ਇੱਕ ਸੁੱਖ ਉਹ ਆਨੰਦ ਹੈ ਵੀ ਜਿਹੜਾ ਦੁੱਖਾਂ ਦੀ ਪਰਵਾਹ ਨਾ ਕਰੇ। ਸ਼ਬਦ ਵਿੱਚੋਂ ਇੱਕ ਸੁੱਖ ਪੈਦਾ ਹੁੰਦਾ ਹੈ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਵੇ। ਜਦੋਂ ਆਖਦਾ ਹੈ ਤੇਰਾ ਕੀਆ ਮੀਠਾ ਲਾਗੇ, ਜਦੋਂ ਹਰ ਗੱਲ ਹਰ ਪ੍ਰਵਾਨ ਹੋ ਜਾਂਦੀ ਹੈ, ਮਾਰੇ ਕਹਿੰਦੇ ਫਿਰ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਹੈ। ਇਛ ਪੁਨੀ ਵਡ ਭਾਗਣੀ, ਵਰ ਪਾਇਆ ਹਰਿ ਰਾਏ। ਹੁਣ ਆਪਾਂ ਵੇਖਦੇ ਹਾਂ ਵੀ ਸਾਰੀਆਂ ਇੱਛਾ ਪੂਰੀਆਂ ਹੋਣ, ਪਰ ਗੁਰੂ ਸਾਹਿਬ ਜੀ ਕਹਿੰਦੇ ਸਾਰੀਆਂ ਇੱਛਾ ਕਿਹਦੀਆਂ ਪੂਰੀਆਂ ਹੁੰਦੀਆਂ ਨੇ? ਮਾਰੇ ਕਹਿੰਦੇ ਵਰ ਪਾਇਆ ਹਰਿ ਰਾਏ, ਜਿਹਨੇ ਹਰੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਨਾ, ਸਮਝ ਲਓ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਜਿਵੇਂ ਉਦਾਹਰਨ ਦੇ ਤੌਰ ਤੇ ਕਹਿਣ ਲੱਗੇ ਇੱਕ ਰਾਜਾ ਹੈ, ਉਹ ਪ੍ਰਦੇਸ਼ ਗਿਆ ਹੈ। ਅਸੀਂ ਕੀ ਮੰਗਦੇ ਹਾਂ? ਸਾਨੂੰ ਕੀ ਮੰਗਣਾ ਚਾਹੀਦਾ ਹੈ? ਅਸੀਂ ਸਾਡਾ ਮਨ ਕੀ ਲੋਚਦਾ ਹੈ, ਵੀ ਸਾਡੇ ਮਨ ਨੂੰ ਲੋਚਣਾ ਕੀ ਚਾਹੀਦਾ ਹੈ? ਰਾਜਾ ਪ੍ਰਦੇਸ਼ ਗਿਆ ਤੇ ਕਹਿੰਦੇ ਉਹਨੇ ਚਿੱਠੀ ਲਿਖੀ ਹੈ ਆਪਣੀਆਂ ਰਾਣੀਆਂ ਨੂੰ, ਅਹਿਲਕਾਰ ਭੇਜੇ ਨੇ ਵੀ ਪੁੱਛਣਾ ਕਰੋ ਵੀ ਮੈਂ ਵਿਦੇਸ਼ ਗਿਆ ਹਾਂ, ਵੀ ਜੇ ਕਿਸੇ ਨੂੰ ਕੁਝ ਪਦਾਰਥ ਕੁਝ ਮੰਗਾਉਣਾ ਮੈਨੂੰ ਦੱਸਣਾ ਕਰੋ। ਹੁਣ ਕਿਸੇ ਰਾਣੀ ਨੇ ਧਨ ਮੰਗਾਉਣਾ ਕੀਤਾ, ਕਿਸੇ ਨੇ ਉੱਥੋਂ ਦੀ ਵਸਤੂ ਮੰਗਾਉਣਾ ਕੀਤੀ, ਕਿਸੇ ਨੇ ਕੁਝ ਮੰਗਾਉਣਾ ਕੀਤਾ ਹੈ। ਪਰ ਇੱਕ ਰਾਣੀ ਦਾ ਆਪਣੇ ਪਤੀ ਨਾਲ, ਰਾਜੇ ਨਾਲ ਇਤਨਾ ਪ੍ਰੇਮ ਹੈ, ਉਹਨੇ ਲਿਖਿਆ ਕਹਿੰਦੇ ਲਾਲ ਸਹਾਈ ਦੇ ਨਾਲ ਸੱਸੇ ਕੰਨਾ ਸਾ ਪਾ ਦਿੱਤਾ। ਰਾਜੇ ਨੇ ਬਾਕੀ ਤਾਂ ਸਾਰੇ ਪਦਾਰਥ ਖਰੀਦ ਲਏ, ਵਸਤਰ ਖਰੀਦ ਲਏ, ਪਰ ਆਹ ਸਮਝ ਨਹੀਂ ਆ ਰਹੀ ਵੀ ਆਹ ਕਿਹੜੀ ਸ਼ੈ, ਆਹ ਕਿਹੜੀ ਵਸਤੂ ਹੈ, ਇਹਦੀ ਸਮਝ ਨਹੀਂ ਲੱਗ ਰਹੀ। ਵਿਦਵਾਨਾਂ ਨੇ ਇਸ ਦਾ ਜ਼ਿਕਰ ਕੀਤਾ, ਕਹਿੰਦੇ ਪੜਚੋਲਣਾ ਕੀਤਾ ਵੀ ਕੀ। ਜਦੋਂ ਵੇਖਿਆ ਕਹਿੰਦੇ ਉਹ ਰਾਜੇ ਨੂੰ ਕਿਹਾ, ਕਹਿੰਦੇ ਰਾਜਨ ਇਹ ਜਿਹੜੀ ਗੱਲ ਹੈ ਨਾ, ਇਹ ਏਦਾਂ ਹੈ ਵੀ ਜਿਹੜੀ ਇਹ ਰਾਣੀ ਹੈ ਨਾ, ਇਹਨੂੰ ਕੋਈ ਪਦਾਰਥ ਨਹੀਂ ਚਾਹੀਦੇ, ਇਹਨੂੰ ਧਨ ਨਹੀਂ ਚਾਹੀਦਾ, ਇਹਨੂੰ ਵਸਤਰ ਨਹੀਂ ਚਾਹੀਦੇ। ਕਹਿੰਦਾ ਫਿਰ ਚਾਹੀਦਾ ਕੀ ਹੈ? ਕਹਿਣ ਲੱਗੇ ਚਾਹੀਦਾ ਹੈ ਵੀ ਇਹਦੇ ਅੰਦਰ ਲਾਲਸਾ ਹੈ, ਉਹ ਹੈ ਤੁਹਾਡੇ ਦਰਸ਼ਨਾਂ ਦੀ, ਤੁਹਾਡੇ ਮਿਲਣ ਦੀ। ਜਦੋਂ ਇਹ ਲਾਲ ਸਿਹਾਈ ਦੇ ਨਾਲ ਸਾਹ ਪਾ ਦਿੱਤਾ, ਲਾਲ ਸਾਹ ਪਾ ਮਿਲਣ ਦੀ ਲਾਲਸਾ ਹੈ। ਰਾਜੇ ਨੇ ਜਿੰਨੀਆਂ ਰਾਣੀਆਂ ਸੀ ਸਾਰਿਆਂ ਕੋਲ ਪਦਾਰਥ ਜੋ ਮੰਗਾਇਆ ਸੀ ਭੇਜ ਦਿੱਤਾ, ਪਰ ਜਿਹੜੀ ਰਾਣੀ ਨੇ ਮਿਲਣ ਦੀ ਲਾਲਸਾ ਸੀ ਲਿਖੀ,
कहते ਉਹਦੇ ਕੋਲ चला गया। बाकियां ने इतराज किया कि तुसी सारियां नूं त्याग के एक कोल क्यों गए हो, तुसी फर्क किया है। राजा कहता तुहानूं पदार्थ चाहिए सी, तुहानूं धन चाहिदा सी, तुहानूं वस्त्र चाहिए सी, वो मिल गए। पर कहते इसने राजे की मंग की, इसनूं मेरे मिलन की चाहना सी। बस जिन्हों मिलन की चाहना परमात्मा मिल जाता है, ते जिहदे कोल परमात्मा आ गया मारे कहते सारियां वस्तुआं ही उन्होंने प्राप्त हो जांदियां ने। पातशाह कहते इछ पुनी वड भागणी, वर पाया हर राय। जिन्हें हरि परमात्मा की प्राप्ति कर ली, सारियां इच्छावां उन्होंने प्राप्त हो जांदियां ने, सारियां इच्छा ओदियां पूरियां हो जांदियां ने। मिल सहिया मंगल गावई, मिल सहिया सखियां नाल। सतगुरु जी कहते सत संगत दे नाल मिल के उस वाहिगुरु परमात्मा दे गुणां नूं गाउणा कर। गीत गोविंद अलाए, अलाए पुकार करना कर। एक बचन पढ़ते आपां मारे दा, झड़ झखड़ ओहाड़ लहरी वहन लखेसरी। मारे कहते झड़ झखड़ अनेकां झखड़ चुलण, विकारां दे, दुखां दे, चिंतावां दे। गुरु साहब जी कहते लहरी वहन लखेसरी, लखां ही लहरां वहन। वो लहरां किहड़ियां हन? हंस हेत लोभ कोप चारे नदियां अग। ये लहरां ही हन, ये नदियां हन। गुरु साहब जी कहते ऐसियां लखां ही नदियां वगण, लखां ही लहरां वगण, सतगुर नौ आलाए। पातशाह कहते सतगुरु नूं पुकार करना कर। सतगुर नौ आलाए बेड़े डुबण नाहे पो। तेरे जीवन का बेड़ा डुब नहीं सकेगा जे तू सतगुरु दे शब्द नूं पुकार करदा है। मारे किरपा करदे हैं, फिर कोई नहीं लुट सकेगा, फिर कोई डबो नहीं सकेगा। मिल सहिया मंगल गावही, गीत गोविंद अलाए। हर जेहा अवर ना दिसई, कोई दूजा लवै ना लाए। फिर हरि समान, हरि वर्गा कोई नहीं दिसदा। फिर तां मैं पेख्योरी ऊंचा, मोहन सब ते ऊंचा। आन न संसर को लागे, ढूंढ रहे हम ऊंचा। मारे कहते जिन्हें हरी वेख लिया ना, परमात्मा तो बिना कोई होर दिसदा ही नहीं है। हर जेहा अवर ना दिसई, कोई दूजा लवै ना लाए। कहते कोई दूसरा नेड़े नहीं होता। फिर जिहदे अंदर सत चित आनंद परमात्मा टिक गया है, वस गया है, वो अपने अंदर किसी होर नूं नहीं आउण देगा। हलत पलत सवारियों, निहचल दितियन जाए। हलत भी पलत भी, हलत सुख पलत सुख, नित सुख सिमरनो। नाम गोविंद का सदा लीजे, मिटे कमाणे पाप चिराणे। साध संग मिल मुआ जीजे। सतगुरु जी कहते हालत पलत सवारियन, ओदा हालत भी लोक भी ते परलोक भी सवारिया जाता है, सवर जाता है। निहचल दितियन जाए, निहचल जिहड़ी कदे खत्म नहीं होती, जिहड़ा कदे चलदा नहीं,
नहीं तो दुनिया का राज जे आपां वेखदे आ, कोई मंत्री बनिया कुछ समय लई, किसी नूं ओहदा मिलिया कुछ समय लई है, कुछ सालां लई है, कुछ वक्ती है। पर गुरु साहिब जी कहते जिहड़ा परमात्मा का राज है, जिन्हों भगत जी कहते दास कमीर चढ़ियो गढ़ ऊपर राज लियो अविनाशी। अविनाशी राज जिहड़ा कदे खत्म नहीं हुंदा, वो राज परमात्मा दी उस्तत, परमात्मा दीयां सिफतां सलाहना विचों प्राप्त हुंदा है। जिहड़ा वो राज है, संसार सागर ते रखियन बहुड़ ना जन्मै ताए। गुरु साहिब जी कहते गुरु की करदा है, संसार सागर विकारां दे भवजल रूपी संसार सागर तो रख लैंदा है। रखदा की है भाव, मारे कहते उहदी सुरत जिहड़ी है ना, उस संसार सागर विच डुबदी नहीं है। जिवें भगत पूਰਨ सिंह जियां ने कहा सी, सन्यासियां उन्होंने मखौल किया, तर्क की। भगत पूਰਨ सिंह जी ना बच्चियां नाल खेड रहे सी, अनाथ बच्चे जिहड़े सन उन्हां नाल खेडदे पए सी। क्योंकि पहला भगत पूਰਨ सिंह जी सन्यासी सन, भाई वीर सिंह जी की संगत और सिखां की संगत दे नाल जदों उन्होंने वेख्या ते कहंदे भी आ वेखो भी जदों माया पई ते हुण वेखो बच्चियां दे नाल किवें खेड रहे ने, परिवार विच आ गए। जदों माया पई, भगत पूਰਨ सिंह दे बोल कन्नां विच पए ते उन्होंने आवाज मारी, कहण लगे तुसी अपनी गल तां कह दित्ती, हुण मेरी गल तां सुण के जाओ। तुसी तां कह दित्ता भी माया पई ते हुण परिवार विच, माया विच, हुण बच्चियां विच आ गई। भगत जी कहते कदे चिड़ियां नूं अपने बच्चियां नाल खेडदियां वेख्या है। चिड़ियां जदों अपने बच्चियां नाल खेडदियां एक मिक होईयां हुंदियां ने, मिट्टी विच मिट्टी होईयां हुंदियां ने। पर कहते चिड़ियां जदों उडारी मारदियां, ना मिट्टी ना वो ध्यान ना सुरत, कहते फिर सीधा चोगा चुगण तक चलियां जांदियां ने, उडारी जदों मारदियां। मैं भावें बच्चियां विच हां, कहते गल उदों डुबिया होया समझियो माया विच डुबिया, जदों सुरत माया विच डुब गई। जिदण सुरत माया विच डुब गई उदों समझ लो डुबिया होया है। जे घर बार त्याग दिते, माया त्याग दिती, पर सुरत माया विच ही है ना, फिर समझ लो डुबिया ही होया है। फिर तो साहिब जी कहते गृह तज बन खंड जाइए, चुन खाइए कंधा, अजहू बेकार ना छोड़ी पापी मन मंदा। कहते विकार अजे भी नहीं त्यागना कीते, मन अजे भी विकारां विच गलतान होया पिया है, डुबिया अजे भी होया है। साहिब जी कहते वो संसार सागर तो उन्हां दी सुरत रख लैंदा, बचा लैंदा है। उन्हां दी डुबदी नहीं सुरत माया विच, संसार विच। संसार सागर ते रखेअन बहुड़ ना जन्मै ताए। पातशाह कहते हो फिर बहुड़ जन्म ताए, बहुड़ ना जन्मै ताए। पाप ही मुड़ मुड़ के फिर जन्म विच नहीं आउंदे, जूना विच नहीं भटकदे, जूना विच नहीं दौड़दे फिरदे हो, जिन्हां दी सुरत। क्योंकि साडा जन्म जिहड़ा है ना, जिहो जी असी वासना लैके मरांगे, मौत होएगी, जिहो जी वासना विच साडी बिरती उहो जिहा सानू जन्म प्राप्त हुंदा है।
ਜਿਹੋ ਜੀ ਸਾਡੀ ਵਾਸ਼ਨਾ ਹੋਏਗੀ ਮਨ ਦੀ, ਜੋ ਸਾਡੇ ਅੰਦਰ ਹੋਏਗਾ, ਉਹੋ ਜਿਹਾ ਹੀ ਸਾਨੂੰ ਜਨਮ ਪ੍ਰਾਪਤ ਹੋਏਗਾ। ਹੁਣ ਪਰ ਜਿਹਦੀ ਸੁਰਤੀ ਮਾਇਆ ਵਿੱਚੋਂ ਮੇਚੇ, ਉਹ ਤਾਂ ਫਿਰ ਉਹੋ ਜਿਹੇ ਜਨਮ ਪ੍ਰਾਪਤ ਕਰੇਗਾ। ਪਰ ਜਿਹਦੀ ਸੁਰਤ ਮਾਲਕ ਦੇ ਸ਼ਬਦ ਨਾਲ ਜੁੜੀ ਹੋਈ ਹੈ, ਮਹਾਰਾਜ ਕਹਿੰਦੇ ਉਹ ਜਨਮ ਮਰਨ ਵਿੱਚ ਨਹੀਂ ਆਏਗਾ। ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ ਹੈ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਐ ਮੇਰੇ ਮਾਲਕ ਜੀ, ਮੇਰੀ ਜਿਹਵਾ ਇੱਕ ਹੈ। ਜਿਹਵਾ ਏਕ ਕਵਣ ਗੁਣ ਕਹੀ ਹੈ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਗੁਰੂ ਸਾਹਿਬ ਜੀ ਕਹਿੰਦੇ ਆ, ਮਾਲਕ ਮੇਰੀ ਜੇਵਾ ਇੱਕ ਹੈ। ਮੇਰੇ ਵਿੱਚ ਏਡੀ ਤਾਕਤ ਨਹੀਂ ਵੀ ਤੇਰੇ ਬੇਅੰਤ ਗੁਣਾਂ ਨੂੰ ਮੈਂ ਬਿਆਨ ਕਰ ਸਕਾਂ। ਤੇਰੇ ਗੁਣ ਬੇਅੰਤ ਨੇ, ਕੋਈ ਅੰਤ ਨਹੀਂ। ਮੇਰਾ ਅੰਤ ਹੋ ਜਾਏਗਾ, ਮੇਰੇ ਬੋਲਾਂ ਦਾ ਅੰਤ ਹੋ ਜਾਏਗਾ, ਪਰ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਰੇ ਨਾਨਕ ਚਰਣੀ ਪਾਏ, ਜਿਹੜੇ ਤੇਰੇ ਚਰਨਾਂ ਨਾਲ ਜੁੜ ਗਏ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਤੇਰੇ ਚਰਨਾਂ ਵਿੱਚ ਜੋੜ ਲਿਆ ਹੈ। ਜਿਵੇਂ ਭਾਈ ਦੇਵੀ ਦਾਸ ਵਰਗਿਆਂ ਨੇ ਜੋੜਿਆ ਸੀ ਨਾ, ਤਰ ਗਏ, ਫਿਰ ਉਹ ਸਦਾ ਲਈ ਫਿਰ ਗੁਰੂ ਸਾਹਿਬ ਜੀ ਦੇ ਹੋ ਕੇ ਰਹਿ ਗਏ। ਫਿਰ ਉਹ ਕਿਸੇ ਰਾਜੇ ਕਿਸੇ ਮਹਾਰਾਜੇ ਦੀ ਪਰਵਾਹ ਨਹੀਂ ਕਰਦਾ, ਵੱਡੇ ਤੋਂ ਵੱਡੇ ਕਿਸੇ ਦੀ ਪਰਵਾਹ ਨਹੀਂ ਕਰਦਾ, ਜਦੋਂ ਵੱਡੇ ਸਾਹਿਬ ਨਾਲ ਜੁੜ ਜਾਵੇਗਾ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਵੀ ਉਸ ਕਰਤੇ ਦੀ ਸਲਾਹਣਾ ਕਰੋ ਭਾਈ, ਨਿਤ ਸਲਾਹਣਾ ਕਰੋ, ਜਿਸਨੋ ਤਿਲ ਨਾ ਤਮਾਏ। ਜਿਸਨੂੰ ਤਿਲ ਜਿੰਨੀ ਵੀ ਤਮਾ ਨਹੀਂ, ਤਿਲ ਜਿੰਨੀ ਵੀ ਤਮਾ ਨਹੀਂ। ਰੱਬ ਤਮਾ ਕੀ ਹੁੰਦੀ ਹੈ? ਤਮਾ ਵੀ ਜੇ ਕਿਸੇ ਦੀ ਉਸਤਤ ਕਰਦੀ ਹੈ ਨਾ, ਫੁੱਲ ਜਾਏਗਾ ਵੀ ਮੇਰੀ ਤਾਂ ਬਹੁਤ ਉਸਤਤ ਹੋ ਰਹੀ ਹੈ। ਜੇ ਕਿਸੇ ਦੀ ਨਿੰਦਿਆ ਕਰਦੀ, ਉਹ ਗੁੱਸੇ ਵਿੱਚ ਕ੍ਰੋਧ ਵਿੱਚ ਭਰ ਜਾਏਗਾ। ਪਰ ਪ੍ਰਮਾਤਮਾ ਕਹਿੰਦੇ ਉਹਨੂੰ ਭਾਵੇਂ ਸਾਰਾ ਸੰਸਾਰ ਉਹਨੂੰ ਗਾ ਰਿਹਾ ਹੈ, ਉਹ ਕਿਸੇ ਦੇ ਕਹਿਣ ਦੇ ਨਾਲ ਵੱਡਾ ਨਹੀਂ ਹੋਣ ਵਾਲਾ, ਉਹ ਆਪ ਹੀ ਆਪਣੇ ਆਪ ਵਿੱਚ ਵੱਡਾ ਹੈ। ਜੇ ਰੱਬ ਤੋਂ ਕੋਈ ਇਨਕਾਰੀ ਹੋ ਗਿਆ, ਉਹ ਕਿਸੇ ਦੇ ਕਹਿਣ ਨਾਲ ਘਟਣ ਵਾਲਾ ਵੀ ਨਹੀਂ। ਮਾਰੇ ਕਹਿੰਦੇ ਨਾ ਘਾਟ ਹੈ ਨਾ ਵਾੜ ਹੈ, ਨਾ ਘਾਟ ਵਾੜ ਹੋਤ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਨਾ ਕੋਈ ਘਾਟਾ ਨਾ ਵਾਧਾ ਕੀਤਾ, ਉਹ ਆਪਣੇ ਆਪ ਵਿੱਚ ਆਪ ਵੱਡਾ ਹੈ, ਸਮਰੱਥ ਹੈ, ਉੱਚਾ ਹੈ। ਸਤਿਗੁਰੂ ਜੀ ਕਹਿੰਦੇ ਉਹ ਤਿਲ ਜਿੰਨੀ ਵੀ ਤਮਾ ਨਹੀਂ ਹੈ। ਉਸ ਦੀ ਸਲਾਹਣਾ ਕਰ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਦੇ ਕਾਜ ਸਾਰੇ ਪੂਰੇ ਹੋ ਗਏ, ਉਹਨਾਂ ਦੇ ਕਾਰਜ ਸਫਲੇ ਹੋਏ। ਨਹੀਂ ਤੇ ਬੰਦਾ ਮੁੱਕ ਜਾਂਦਾ, ਖਤਮ ਹੁੰਦਾ, ਕੰਮ ਪੂਰੇ ਨਹੀਂ ਹੁੰਦੇ, ਕੰਮ ਨਹੀਂ ਮੁੱਕਦੇ। ਸਤਿਗੁਰੂ ਜੀ ਕਹਿੰਦੇ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ। ਕੰਮ ਪੂਰੇ ਕਿਹਦੇ ਹੋਏ ਨੇ? ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕ ਗਿਆ ਹੈ, ਜਿਹਨੇ ਆਪਣੇ ਹਿਰਦੇ ਵਿੱਚ ਵਸਾ ਲਿਆ, ਸਮਝ ਲਓ ਦੇ ਸਾਰੇ ਕਾਰਜ ਸਫਲੇ ਹੋ ਗਏ, ਪੂਰੇ ਹੋ ਗਏ। ਸਤਿਗੁਰੂ ਜੀ ਕਿਰਪਾ ਕਰਦੇ ਨੇ 12 ਮਾਹਾਂ ਦੀ ਅਖੀਰਲੀ ਪੌੜੀ ਦੇ ਵਿੱਚ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ।
हर गुर पूरा राधया दरगह सच खरे। हरि पूरा जिन्हां ने आराधना कीता है, हर गुर पूरा आराधया आराधना कीती है। दरगह सच खरे मारे कहते हो खरे हो गए, सतगुर खोटियो खरे करे। शब्द सवारण हार ते खरे खजाने पाई है। गुरु साहब जी कहते खरे खजाने विच पैंदे हन। हुण जिन्हां दे जिन मन होर मुख होर से कांडे कच्चे, ਉਹ ਤਾਂ ਕੱਚੇ ਹਨ जिन्हां दे मन अंदर होर ते मुख ते कुछ होर है। गुरु साहब जी कहते ਜਿਹੜੇ खरे ਹੁੰਦੇ ਨੇ खरे खजाने पाइए खोटे सुटिए बाहर वार। कहते खोटे कढ़ दिते जाते खरे खजाने विच पैंदे ने। दरगाह विच भी खरे कबूल हुंदे ने, परमात्मा दे घर विच भी खरे कबूल हुंदे ने। सर्व सुखां निध चरण हर पौजल बिखम तरे। सारियां सुखां दा खजाना किहड़ा है? सर्व सुखां निध चरण हर, हरि दे चरण, हरि दा नाम, हरि दी बंदगी। मारे कहंदे इस सुखां दा खजाना है। हुण असीं सुखां दे खजाने नूं छड्ड के हर रस छोड़ होशै रस माता। साडी हालत की है? घर में वस्त बाहर उठ जाता, सुनी ना जाही सच अमृत गाथा। रार करत लग झूठी गाथा। मारे कहंदे असी हरि दे ਜਿਹੜੇ हरि दे रसां नूं, हरि दे खजाने नूं छड्ड के असी तां सवाह नूं, असी तां फोकट पदार्थां नूं इकट्ठियां करदे हां। वो अपने जीवन नूं बर्बाद कर रहे हैं। पर जिहड़ा सर्व सुखां निध चरण हर पौजल बिखम तरे, वो इस भवजल रूपी संसार तो तर जाते ने। प्रेम भगत तिन पाईया बिखया नाहे जरे। जिन्हां ने भाई प्रेमा भगती प्राप्त की है, वो बिखया दी अग विच सड़दे नहीं। जिन्हां ने प्रेम कीता है ना, वो बिखया दी अग विच नहीं सड़दे। कोड़ गए दुबदा नसी पूर्ण सच परे। उन्हां अंदरों कोड़ झूठ खत्म हो जाता है। उन्हां अंदर दुबदा खत्म हो जाती है। महाराज तां कहंदे दुबदा ना पढ़ो, दुबदा विच ना पो, हर बिन होर ना पूजो, मड़ै मसाण ना जाई। ਉਹ ਜਿਹੜੇ ਮੜੀਆਂ ਮਸਾਣੀਆਂ ਵਿੱਚ ਪਏ ਹੋਏ ਨੇ ਨਾ, ਇੱਕ ਹਰੀ ਪਰਮਾਤਮਾ ਨੂੰ ਛੱਡ ਕੇ ਸਤਿਗੁਰੂ ਜੀ ਕਹਿੰਦੇ ਉਹ ਦੁਬਦਾ ਵਿੱਚ ਪਏ ਹੋਏ ਨੇ। ਉਹ ਤਾਂ ਬਸ ਫਿਰ ਦੋ ਬੇੜੀਆਂ ਤੇ ਸਵਾਰ ਹੋਣਾ, ਉਹ ਫਿਰ ਕਦੇ ਪਾਰ ਨਹੀਂ ਹੁੰਦੇ। ਉਹਨਾਂ ਦੀ ਹਾਲਤ ਬਸ ਪਾਣੀ ਰਿੜਕਣ ਵਾਲੀ ਬਣ ਜਾਂਦੀ ਹੈ। ਉਹ ਕਦੇ ਤਤਸਾਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕੋੜ ਗਏ ਦੁਬਦਾ ਨਸੀ पूर्ण सच भरे। उन्हां अंदर पूरा वाहिगुरु सच भर जाता है। पार ब्रह्म प्रभ सेव दे मन अंदर एक धरे। पार ब्रह्म पति परमात्मा नूं जिहड़े सेवदे हन, एक वाहिगुरु ने जिन्हां ने अपने मन च वसाया होया। बड़ी वड्डी गल है मन च वसा लेना। जिन्हां ने मन च वसा लिया ना, बस साहब जी कहते उन्हां दा आया होया प्रवान है। महादिवस मूरत पले, ਉਹਦੇ ਲਈ ਮਹਾ ਮਹੀਨੇ। ਹੁਣ ਇੱਥੇ ਮਹਾਰਾਜ ਨੇ 12 ਮਹੀਨਿਆਂ ਦੀ ਵੀ ਗੱਲ ਕੀਤੀ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਮਹੀਨੇ, ਸਾਰੇ ਹੀ ਦਿਨ, ਸਾਰੇ ही मूरत भले हैं। मां दिवस मूरत भले जिसको नदर करे। जीते उहदी मालक दी नदर हो जाए, किरपा हो जाए। कोई भी समा होवे,
ਜਿਹੜਾ ਉਸ परमात्मा ਨੂੰ ਚੇਤੇ ਕਰਦਾ, याद करदा, ਉਹਦੇ ਉਹ ਸਮਾਂ ਭਲਾ है, सफला है। जिसको नदर करे नानक मंगे दर्श दान, कृपा करो हरे। गुरु अर्जन देव साहिब पातशाह जी कृपा कर रहे ने कि मैं एक दर्श दान, एक दान मंगदा हाँ, कृपा करके अपने दर्शन बख्शना करो। दर्श तेरे की प्यास मन लागी, ते जिन्हां अंदर दर्शनां दी प्यास पैदा हो जाए। गुरु साहिब जी कहते ये कृपा करो मालिक जी, मेरे अंदर वो खेड़ा सोए सुनंदड़ी, मेरा तन मन मोला। सोए तो पाप सोभा, ऐ मालिक तेरी शोभा सुन के मेरा तन भी ते मन भी मौला हरिया भरिया खेड़े विच आ गया है। सोए सुनंदड़ी मेरा तन मन मौला, नाम जपंदड़ी लाली। कहते नाम नूं जपदे अंदर लाली खेड़ा प्रगट हो गया, आनंद प्रगट हो गया। पंध जलंधरी मेरा अंदर ठंडा, गुर दर्शन देख निहाली। पातशाह कहते जिहड़ा मालिक दे चिन्हां दी सुरत शब्द ते मार्ग ते चलण लग जावे, ਉਹ ਨਿਹਾਲ ਹੋ ਜਾਂਦੇ ਨੇ, ਦਰਸ਼ਨ ਹੀ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਉਹਨਾਂ ਲਈ ਸਮਾਂ, ਉਹਨਾਂ ਲਈ ਦਿਨ, ਹਰ ਪਲ ਸਫਲਾ ਹੈ ਜਿਨ੍ਹਾਂ ਦੀ ਸੁਰਤ ਮਾਲਕ ਦੇ ਸ਼ਬਦ ਨਾਲ ਜੁੜੀ ਹੋਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਆ ਮਹੀਨਾ ਵੀ ਸਭ ਲਈ ਖੁਸ਼ੀਆਂ ਭਰਿਆ, ਸੁੱਖਾਂ ਨਾਲ, ਆਨੰਦ ਦੇ ਨਾਲ ਬਤੀਤ ਹੋਵੇ। ਸਭ ਨੂੰ ਗੁਰੂ ਸਾਹਿਬ ਜੀ ਨਾਮ ਬਾਣੀ ਦਾ ਅਭਿਆਸ, ਉਦਮ, ਚਾਉ ਬਖਸ਼ਿਸ਼ ਕਰਨ, ਕਿਉਂਕਿ ਜਿਹਦੇ ਅੰਦਰ ਚਾਅ ਪੈਦਾ ਹੋ ਜਾਵੇ ਉਹੀ ਖੇਡ ਖੇਡਦਾ ਹੈ। ਮਾਰੇ ਕਹਿੰਦੇ ਚਾਅ ਪੈਦਾ ਹੋ ਜਾਵੇ ਨਾ, ਤੇ ਜਿਨ੍ਹਾਂ ਅੰਦਰ ਚਾਉ ਪੈਦਾ ਹੋ ਗਿਆ ਹੈ ਨਾ, ਜੋ ਤੋਂ ਪ੍ਰੇਮ ਖਿਲਣ ਕਾ ਚਾਉ, ਸਿਰ ਤਰ ਤਲੀ ਗਲੀ ਮੇਰੀ ਆਓ। ਚਾਅ ਪੈਦਾ ਹੋਏਗਾ ਸਾਡੇ ਅੰਦਰ ਸਤ ਸੰਗਤ ਵਿੱਚ, ਬਾਣੀ ਵਿੱਚ, ਨਾਮ ਵਿੱਚ। ਮਾਰੇ ਕਹਿੰਦੇ ਇਹ ਚਾਅ ਫਿਰ ਸਫਲੇ ਹੋ ਜਾਂਦੇ, ਫਿਰ ਚਿੱਤ ਲਾ ਕੇ ਬਾਣੀ ਨੂੰ ਸੁਣੇਗਾ, ਗਾਏਗਾ। ਫਿਰ ਜਿਹੜਾ ਚਿੱਤ ਲਾ ਕੇ ਸੁਣੇਗਾ ਤੇ ਗਾਏਗਾ, ਭਗਤ ਜੀ ਕਹਿੰਦੇ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਹੇ। ਉਹ ਪਰਮ ਗਤੀ ਦੀ ਪ੍ਰਾਪਤੀ ਕਰ ਲੈਂਦਾ ਹੈ। ਇਸ ਪਾਵਨ ਪੌੜੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਨੇ। ਸਤਿਗੁਰੂ ਜੀ ਬਖਸ਼ਣਹਾਰ ਨੇ ਆਪ ਸਮੂਹ ਸੰਗਤ ਬਖਸ਼ਣ ਦੇ ਯੋਗ ਹੋ। ਬਖਸ਼ ਦੇਣਾ। ਆਓ ਹੁਣ ਇਸ ਅਸਥਾਨ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਤਿਨਾਂ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ। 10:15 ਤੋਂ 11 ਵਜੇ ਤੱਕ ਭਾਈ ਜਸਪਾਲ ਸਿੰਘ ਜੀ, ਗਿਆਨੀ ਜਸਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਸਾਰੀ ਸੰਗਤ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
दर्शन प्यासी दिन सिरा जित हो अंग